ਵਸੀਮ ਹਾਸ਼ਮੀ ਪ੍ਰੋਗਰਾਮ ਜਿਵੇਂ ਕਿਸਾਨ ਦੇ ਨਾਲ। ਨਾਜ਼ਰੀਨ, ਤੁਹਾਡੇ ਇਲਮ 'ਚ ਹੈ ਕਿ ਕਿਸਾਨ ਸਾਡੇ ਮੁਲਕ ਨੂੰ ਚਲਾਉਣ ਵਾਸਤੇ ਉਹ ਇੱਕ ਸਾਡੇ ਮੁਲਕ ਦੀ ਰੀੜ੍ਹ ਦੀ ਹੱਡੀ ਹੈ। ਚੱਕ ਕੱਚਾ ਪੱਕਾ ਸਾਂਦਾ ਕਲਾਂ UC 30 ਜ਼ਿਲ੍ਹਾ ਕਸੂਰ ਤੇ ਸਾਡੇ ਨਾਲ ਮੌਜੂਦ ਨੇ ਚੌਧਰੀ ਅਬਦੁੱਲਾ ਕੰਬੋਜ ਸਾਹਿਬ, ਜਿਹੜੇ ਕਿ ਸਾਬਕਾ ਨਾਜ਼ਮ ਦੇ ਸਾਹਿਬਜ਼ਾਦੇ ਵੀ ਨੇ, ਤੇ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਕਿਸਾਨਾਂ ਦੇ ਹਵਾਲੇ ਨਾਲ ਇਹ ਹਕੂਮਤ ਨਾਲ ਕੀ ਮੁਤਾਲਬਾ ਕਰਦੇ ਨੇ ਔਰ ਕੀ ਪੈगाम ਦਿੰਦੇ ਨੇ। जी अस्सलाम वालेकुम। वालेकुम सलाम। अब्दुल्ला साहब क्या हाल है? अल्लाह का शुक्र, आप सुनाएं। अच्छा अब्दुल्ला साहब, ਇਹ ਗੱਲ ਦੱਸੋ ਕਿ ਕਿਸਾਨ ਸਾਡੇ ਮੁਲਕ ਵਾਸਤੇ ਬੜੀ ਇੱਕ ਅਹਿਮੀਅਤ ਰੱਖਦਾ ਹੈ। ਇਹਦੇ ਨਾਲ ਜਿਹੜਾ ਮੌਜੂਦਾ ਸੂਰਤ ਹਾਲ 'ਚ ਬਿੱਲਾਂ ਦੀ ਸ਼ਕਲ 'ਚ, ਸਬਸਿਡੀ ਦੀ ਸ਼ਕਲ 'ਚ, ਰੇਟ ਦੀ ਸ਼ਕਲ 'ਚ ਸਤੇਲੀ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ, ਇਹਦੇ ਹਵਾਲੇ ਨਾਲ ਤੁਸੀਂ ਆਪਣੀ ਹਕੂਮਤ ਦੇ ਨਾਲ ਕੀ ਮੁਤਾਲਬਾ ਕਰਨਾ ਚਾਹੁੰਦੇ? ਸਭ ਤੋਂ ਪਹਿਲੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਜ਼ਿਮੀਂਦਾਰਾਂ ਲਈ ਆਵਾਜ਼ ਉਠਾਈ। ਤੇ ਜ਼ਿਮੀਂਦਾਰ ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਅਰਸੇ ਤੋਂ ਮਤਲਬ ਹੈ ਕਿ ਬੜੇ ਮਸਾਇਲ ਦਾ ਸ਼ਿਕਾਰ ਹੈ। ਤੇ ਸਭ ਤੋਂ ਪਹਿਲੇ ਇਹ ਕਿ ਬਿੱਲਾਂ ਦਾ ਮਸਾਇਲ, ਬਿਜਲੀ ਦੇ ਮਸਾਇਲ ਤਾਂ ਪੂਰੇ ਪਾਕਿਸਤਾਨ ਦੇ ਵਿੱਚ ਬੜਾ ਵੱਡਾ ਮਸਲਾ ਬਣ ਗਿਆ। ਗਰੀਬ ਆਦਮੀ ਪਹਿਲੇ ਹੀ ਬੜਾ ਪਰੇਸ਼ਾਨ ਹੈ। ਤੇ ਅਸੀਂ ਤਾਂ ਕਿਸਾਨ ਲੋਕ ਹਾਂ ਤੇ ਜਿਹੜੇ ਸਾਡੇ ਥੱਲੇ ਲੋਕ ਕੰਮ ਕਰ ਰਹੇ ਨੇ ਉਹ ਆਲਰੇਡੀ ਸਾਡੇ ਤੋਂ ਵੀ ਜ਼ਿਆਦਾ ਪਰੇਸ਼ਾਨ ਨੇ। ਬਿਲਕੁਲ। ਤੇ ਮੈਂ ਤਾਂ ਇਹੀ ਕਹਿਣਾ ਚਾਹਣਾ ਹਕੂਮਤ ਨੂੰ ਕਿ ਸਬਸਿਡੀ ਦੇਣ, ਬਿੱਲਾਂ ਦਾ ਘੱਟ ਤੋਂ ਘੱਟ ਅਖਰਾਜਾਤ ਹੋਣ, ਜ਼ਿਮੀਂਦਾਰ ਨੂੰ ਜਿੰਨੇ ਵੀ ਖਾਦ ਮਾਫੀਆ ਨੇ ਇਹਨਾਂ ਨੂੰ ਫੜਿਆ ਜਾਏ ਤੇ ਜ਼ਿਮੀਂਦਾਰ ਲਈ ਆਸਾਨੀਆਂ ਪੈਦਾ ਕੀਤੀਆਂ ਜਾਣ, ਕਿਉਂਕਿ ਜ਼ਿਮੀਂਦਾਰ ਹੀ ਰੀੜ੍ਹ ਦੀ ਹੱਡੀ ਪੂਰੇ ਮੁਲਕ ਦੀ। ਅਗਰ ਜ਼ਰਾਅਤ ਨਹੀਂ ਠੀਕ ਹੈ ਤਾਂ ਫਿਰ ਪੂਰਾ ਮੁਲਕ ਹੀ ਪਰੇਸ਼ਾਨ ਹੈ। ਤੇ ਇਸ ਵਜ੍ਹਾ ਤੋਂ ਅਸੀਂ ਤਾਂ ਹਕੂਮਤ ਅੱਗੇ ਅਪੀਲ ਹੀ ਕਰ ਸਕਦੇ ਹਾਂ ਕਿ ਜਿੰਨਾ ਵੀ ਖਾਦ ਮਾਫੀਆ ਹੈ, ਡੀਲਰ ਹੈ, ਜਿੰਨਾ ਵੀ ਉੱਤੇ ਤਬਕਾ ਬੈਠਾ ਹੈ ਕਿ ਇਹਨਾਂ ਨੂੰ ਫੜੇ ਔਰ ਉਸ ਤੋਂ ਬਾਅਦ ਤਮਾਮ ਮਸਾਇਲ ਦਾ ਹੱਲ ਕੀਤਾ ਜਾਏ। ਤੇ ਇਹਦੇ ਲਈ ਹਕੂਮਤ ਨੂੰ ਕੋਈ ਇਕਦਾਮ ਕਰਨਾ ਚਾਹੀਦਾ, ਕਿਉਂਕਿ ਅਗਰ ਜ਼ਿਮੀਂਦਾਰ ਨਹੀਂ ਠੀਕ ਹੁੰਦਾ ਤਾਂ ਫਿਰ ਮਸਲੇ ਹੀ ਮਸਲੇ ਨੇ। ਉਸ ਤੋਂ ਬਾਅਦ ਸਾਡੀ ਫਸਲ ਵਿਕ ਨਹੀਂ ਰਹੀ, ਜਿਹੜਾ ਮਿਡਲ ਪਰਸਨ ਹੈ ਉਹ ਫ਼ਾਇਦਾ ਲੈ ਰਿਹਾ ਫਸਲ ਦਾ, ਤੇ ਜ਼ਿਮੀਂਦਾਰਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ। ਅਗਰ ਇਹ ਮਸਾਇਲ ਦਾ ਹੱਲ ਨਾ ਕੀਤਾ ਜਾਏ ਤਾਂ ਮੁਲਕ ਨਹੀਂ ਚੱਲ ਸਕਦਾ। ਤੇ ਉਸ ਤੋਂ ਬਾਅਦ ਮੇਰੀ ਹਕੂਮਤ ਅੱਗੇ ਅਪੀਲ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜ਼ਿਮੀਂਦਾਰਾਂ ਨੂੰ ਆਸਾਨੀਆਂ ਪੈਦਾ ਕੀਤੀਆਂ ਜਾਣ, ਕੋਈ ਸਬਸਿਡੀਜ਼ ਐਸੀਆਂ ਦਿੱਤੀਆਂ ਜਾਣ, ਬਿੱਲਾਂ ਤੋਂ ਹਟ ਕੇ ਵੀ ਐਸੀਆਂ ਸਬਸਿਡੀਜ਼ ਦਿੱਤੀਆਂ ਜਾਣ ਜਿਹਦੇ ਵਿੱਚ ਜ਼ਿਮੀਂਦਾਰ ਨੂੰ ਕੋਈ ਟਰੈਕਟਰ ਵਗੈਰਾ ਇਸ ਤਰ੍ਹਾਂ ਦੀ ਹੋਰ ਵੀ ਮਸ਼ੀਨਰੀ ਦਿੱਤੀ ਜਾਏ ਬਿਲਾ ਸੂਦ। ਤੇ ਹਕੂਮਤ ਕੋਸ਼ਿਸ਼ ਕਰ ਰਹੀ, ਲੇਕਿਨ ਇੱਕ ਕਾਗਜ਼ੀ ਕਾਰਵਾਈ ਹੋ ਰਹੀ ਹੈ, ਉਹਦੇ ਤੋਂ ਕੋਈ ਇੰਪਲੀਮੈਂਟ ਨਹੀਂ ਹੋ ਰਿਹਾ, ਜਿੰਦੀ ਵਜ੍ਹਾ ਤੋਂ ਮਸਲੇ ਹੀ ਮਸਲੇ ਨੇ। ਤੇ ਸਰਕਾਰੀ ਮਾਮਲਾਤ ਨੇ, ਜੇ ਕੋਈ ਵੀ ਸਰਕਾਰੀ ਕੰਮ ਹੋ ਹੀ ਨਹੀਂ ਰਿਹਾ, ਤੇ ਇਸ ਵਜ੍ਹਾ ਤੋਂ ਪੂਰਾ ਮੁਲਕ ਅੱਜ ਪਰੇਸ਼ਾਨ ਹੈ। ਪੂਰਾ ਮੁਲਕ, ਅਗਰ ਜ਼ਿਮੀਂਦਾਰ ਠੀਕ ਹੋ ਗਿਆ ਫਿਰ ਮੁਲਕ ਦੇ, ਕਿਉਂਕਿ 60% ਜ਼ਰਾਈ ਤਬਕਾ ਹੈ, ਜ਼ਰਾਈ ਤਬਕਾ ਠੀਕ ਹੋਵੇਗਾ, ਅਨਾਜ ਪੈਦਾ ਜ਼ਿਆਦਾ ਹੋਵੇਗਾ, ਅਨਾਜ ਵਿਕੇਗਾ ਜ਼ਿਆਦਾ, ਫਿਰ ਆਵਾਮ ਨੂੰ ਵੀ ਮਤਲਬ ਕਿ ਮਸਾਇਲ ਦਾ ਹੱਲ ਮਿਲੇਗਾ। ਅਗਰ ਜ਼ਿਮੀਂਦਾਰ ਨਹੀਂ ਠੀਕ ਹੁੰਦਾ, ਜ਼ਿਮੀਂਦਾਰ ਅਗਰ ਪਰੇਸ਼ਾਨ ਰਹੇਗਾ ਨਾ, ਤੇ ਉਹਦੀ ਵਜ੍ਹਾ ਤੋਂ ਆਪਣਾ ਜਿੰਨਾ ਵੀ ਸਿਸਟਮ ਹੈ ਇਹਦੇ ਵਿੱਚ ਜ਼ਿਮੀਂਦਾਰ ਕਈ ਜਿਨਸਾਂ ਪੈਦਾ ਕਰਦਾ, ਮੱਕੀ, ਗੰਦਮ, ਚਾਵਲ, ਉਸ ਤੋਂ ਬਾਅਦ ਦੁੱਧ ਵਗੈਰਾ, ਦਹੀਂ ਵਗੈਰਾ, ਯਾਨੀ ਕਿ ਇਹ ਜ਼ਿਮੀਂਦਾਰ ਨਾਲ ਮੁੰਸਲਿਕ ਨੇ ਔਰ ਇਹ ਬੇਸਿਕ ਨੀਡਸ ਨੇ ਜੀ। ਸਾਡੀਆਂ ਜਿੰਨੀਆਂ ਵੀ ਜ਼ਰੂਰੀਆਤ ਨੇ ਇਹ ਬੇਸਿਕ ਨੀਡਸ ਨੇ। ਬਿਲਕੁਲ। ਇਨਸਾਨੀ ਖੁਰਾਕ ਦਾ ਜਿਹੜਾ 70% ਹਿੱਸਾ ਹੈ ਉਹ ਜ਼ਿਮੀਂਦਾਰ ਪੈਦਾ ਕਰ ਰਿਹਾ, ਔਰ ਉਹਦੇ ਨਾਲ ਇੰਨਾ ਜ਼ੁਲਮ ਹੋ ਰਿਹਾ ਕਿ ਮੈਂ ਅੱਜ ਨਾ ਗੱਲ ਕਰਨ ਤੋਂ ਵੀ ਕਾਸਰ ਹਾਂ, ਕਿਉਂਕਿ ਅਸੀਂ ਆਵਾਜ਼ ਉਠਾਵਾਂਗੇ ਤੇ ਸਾਡੀ ਆਵਾਜ਼ ਨੂੰ ਅੱਜ ਵੀ ਮੀਡੀਆ 'ਤੇ ਜਿਹੜੇ ਅੱਛੇ ਤੁਹਾਡੇ ਰੰਗ ਐਂਕਰ ਪਰਸਨ ਨੇ, ਪੋਜ਼ੀਟਿਵ ਮੈਨ ਨੇ, ਉਹ ਅੱਜ ਵੀ ਸਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾ ਰਹੇ ਨੇ। ਲੇਕਿਨ ਮਸਲਾ ਇਹ ਆ ਕਿ ਅਸੀਂ ਬੜੀਆਂ ਚੀਜ਼ਾਂ ਨੂੰ ਫੇਸ ਕਰ ਰਹੇ ਹਾਂ, ਜਿਹਦੇ ਵਿੱਚ ਜ਼ਿਮੀਂਦਾਰ ਦਾ ਟੋਟਲ ਸਰਵਾਈਵਲ ਹੀ ਮਤਲਬ ਉਹਦੀ ਫਸਲ 'ਤੇ ਹੈ। ਅਗਰ ਫਸਲ ਨਹੀਂ ਵਿਕੇਗਾ ਤਾਂ ਜ਼ਿਮੀਂਦਾਰ ਨੂੰ ਮਸਲਾ ਹੀ ਮਸਲਾ ਹੈ, ਜਿਹਦੀ ਵਜ੍ਹਾ ਤੋਂ ਆਪਣੇ ਦਿਹਾਤੀ ਏਰੀਆ 'ਚ ਜਿੰਨੇ ਵੀ ਆਪਣੇ ਏਰੀਆਜ਼ ਨੇ ਉਹਨਾਂ ਵਿੱਚ ਗੁਰਬਤ ਪੈਦਾ ਹੋਵੇਗੀ। ਗੁਰਬਤ ਦੀ ਵਜ੍ਹਾ ਤੋਂ ਜਿੰਨੇ ਵੀ ਮਸਾਇਲ ਨੇ, ਚੋਰੀ, ਡਕੈਤੀ, ਫਸਾਦ, ਦੰਗੇ, ਲੜਾਈਆਂ ਪੈਦਾ ਹੋਣਗੀਆਂ। ਤੇ ਹਕੂਮਤ ਅੱਗੇ ਅਸੀਂ ਤਾਂ ਦਰਖਾਸਤ ਹੀ ਕਰ ਸਕਦੇ ਹਾਂ। ਅੱਛਾ ਚੌਧਰੀ ਸਾਹਿਬ, ਇਹ ਗੱਲ ਦੱਸੋ ਕਿ ਕਾਫੀ ਸਾਰੀਆਂ ਤਨਜ਼ੀਮਾਂ ਕੰਮ ਕਰ ਰਹੀਆਂ ਸਾਡੇ ਮੁਲਕ ਦੇ ਅੰਦਰ ਕਿਸਾਨਾਂ ਵਾਸਤੇ, ਕਿਆ ਉਹ ਕੋਈ ਫਾਇਦਾ ਨਹੀਂ ਦੇ ਰਹੇ ਕਿਸਾਨ ਨੂੰ, ਜਾਂ ਕੋਈ ਉਹ ਜ਼ਾਤੀ ਮਫਾਦਾਤ ਵਾਸਤੇ ਸਭ ਕਰ ਰਹੇ ਨੇ? ਤਨਜ਼ੀਮਾਂ ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹਨਾ, ਕੋਈ ਵੀ ਤਨਜ਼ੀਮ ਹੈ ਉਹ ਬੇਸਿਕਲੀ ਇੱਕ ਪਬਲਿਕਸਿਟੀ ਕਰ ਰਹੇ ਨੇ।
ਫਾਇਦਾ ਇੱਕ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਕਿ ਲੋਕ ਆ ਰਹੇ ਨੇ, ਤਸਵੀਰੀ ਮਨਾਜ਼ਰ ਹੋ ਰਹੇ ਨੇ, ਅਮਲੀ ਤੌਰ ਤੇ ਉਹਦੇ ਤੇ ਅਮਲ ਨਹੀਂ ਕੀਤਾ ਜਾ ਰਿਹਾ। ਹਾਂਜੀ, ਅਗਰ ਅਮਲੀ ਤੌਰ ਤੇ ਕਰਨਗੇ ਤਾਂ ਫਿਰ ਬੜੇ ਆਪਣੇ ਮਸਾਇਲ ਦਾ ਹੱਲ ਮਿਲੇਗਾ। ਬੇਸਿਕਲੀ ਇਹ ਹੈ ਕਿ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਅੱਜ ਹਮ ਆਪਣੇ ਜਿੰਨੇ ਵੀ ਮੁਆਸ਼ਰੇ ਦੇ ਵਿੱਚ ਸਭ ਤੋਂ ਵੱਡਾ ਮਸਲਾ ਹੈ ਕਿ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ। ਤੇ ਅਸੀਂ ਇੱਕ ਪਿੰਡਾਂ ਦੇ ਲੋਕ, ਦਿਹਾਤਾਂ ਦੇ ਰਹਿਣ ਵਾਲੇ ਲੋਕ ਹਾਂ। ਬੇਸਿਕਲੀ ਅਸੀਂ ਹਕੀਕਤ ਪਸੰਦ ਲੋਕ ਹਾਂ, ਪ੍ਰੈਕਟੀਕਲੀ ਲੋਕ ਹਾਂ। ਅਸੀਂ ਦਿਖਾਵੇ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ। ਅਸੀਂ ਇਸ ਚੀਜ਼ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਕਿ ਅਮਲੀ ਕੰਮ ਕਰਕੇ ਵੀ ਉਹਦੇ ਤੇ ਦਿਖਾਵਾ ਨਾ ਕੀਤਾ ਜਾਏ। ਤੇ ਉਸ ਤੋਂ ਬਾਅਦ ਇਹ ਜਿੰਨੀ ਇਹ ਆਪਣੀਆਂ ਤਨਜ਼ੀਮਾਂ ਵਗੈਰਾ ਨੇ, ਇਹਦੇ ਵਿੱਚ ਪੋਜ਼ੀਟਿਵ ਲੋਕ ਵੀ ਨੇ। ਅਗਰ ਕੋਈ ਇਦਾਰਾ ਚੱਲਦਾ ਹੈ ਤਾਂ ਉਹਦੇ ਅੱਛੇ ਲੋਕਾਂ ਦੀ ਬੁਨਿਆਦ 'ਤੇ ਹੀ ਚੱਲਦਾ। ਨੈਗੇਟਿਵਿਟੀ ਵੀ ਹੈ ਬਹੁਤ ਜ਼ਿਆਦਾ, ਲੇਕਿਨ ਸਭ ਤੋਂ ਵੱਡੀ ਨੈਗੇਟਿਵਿਟੀ, ਇਸ ਤੋਂ ਵੱਡੀ ਨੈਗੇਟਿਵਿਟੀ ਕੀ ਹੋ ਸਕਦੀ ਮੁਆਸ਼ਰੇ ਦੇ ਵਿੱਚ ਕਿ ਇੱਕ ਬੰਦਾ ਆਇਆ ਤਾਂ ਉਹ ਕਿਸੇ ਨੂੰ ਆਟੇ ਦੀ ਬੋਰੀ ਦੇ ਰਿਹਾ ਜਾਂ ਥੈਲਾ ਵਗੈਰਾ ਦੇ ਰਿਹਾ ਤਾਂ ਉਹਦੇ 'ਤੇ ਤਸਵੀਰ ਲਾ ਰਿਹਾ। ਕਈ ਸਫੈਦ ਪੋਸ਼ ਲੋਕ ਜਿਹੜੇ ਆਪਣੇ ਮੁਆਸ਼ਰੇ ਦਾ ਹਿੱਸਾ ਨੇ। ਅਸੀਂ ਜਿੰਨੇ ਲੋਕ ਬੈਠੇ ਨੇ ਕਿ ਇਹ ਜ਼ਾਤੀ ਤੌਰ ਤੇ ਕਿਸੇ ਨੂੰ ਆਪਣੇ ਦਿਲ ਦਾ ਸਵਾਲ ਨਹੀਂ ਕਰ ਸਕਦੇ, ਹਾਲ ਨਹੀਂ ਦੱਸ ਸਕਦੇ। ਹਾਂਜੀ, ਇਹਦੀ ਵਜ੍ਹਾ ਤੋਂ ਅਗਰ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਲਿਆ ਕੇ ਕਿਸੇ ਨੂੰ 10 ਰੁਪਏ ਦਾ ਨੋਟ ਦੇਣਾ, ਉਹ ਸੋਸ਼ਲ ਮੀਡੀਆ 'ਤੇ ਤਸਵੀਰ ਲਾ ਕੇ ਉਹਦੀ ਇੱਜ਼ਤ ਨਫਸ ਨੂੰ ਪਮਾਲ ਕੀਤਾ ਜਾ ਰਿਹਾ। ਲੇਕਿਨ ਇਹ ਹੈ ਕਿ ਉਸ ਤੋਂ ਬਾਅਦ ਤਨਜ਼ੀਮਾਂ, ਜ਼ਿਮੀਦਾਰ ਖੁਦ ਬਹੁਤ ਵੱਡਾ ਇਦਾਰਾ ਹੈ। ਇਹਦਾ ਵਜ਼ਨ ਸਰਕਾਰੀ ਇਦਾਰੇ ਹੀ ਉਠਾ ਸਕਦੇ ਨੇ, ਹੋਰ ਕੋਈ ਨਹੀਂ ਉਠਾ ਸਕਦਾ। ਜਿਹੜੀ ਮੇਰੀ ਜ਼ਾਤੀ ਰਾਏ ਹੈ, ਛੋਟੀਆਂ ਮੋਟੀਆਂ ਤਨਜ਼ੀਮਾਂ ਕੋਈ ਸਾਡੇ ਮਸਲੇ ਦਾ ਹੱਲ ਹੀ ਕਰ ਸਕਦੀਆਂ। ਪਿੰਡਾਂ 'ਚ ਕੋਈ ਲਾਈਟਿੰਗ ਵਗੈਰਾ ਕਰ ਸਕਦੀਆਂ ਨੇ, ਕੋਈ ਟੁੱਟੀ ਪੋਲ ਹੈ ਉਹਨੂੰ ਬਣਾ ਸਕਦੀਆਂ। ਮੈਂ ਖੁਦ ਇੱਕ ਤਨਜ਼ੀਮ ਦਾ ਇੱਕ ਕਾਰਕੁਨ ਰਿਹਾ ਔਰ ਉਸ ਤੋਂ ਬਾਅਦ ਸਿਆਸੀ ਘਰਾਣੇ ਨਾਲ ਸਾਡਾ ਤਲਕ ਹੈ। ਸਿਆਸਤ ਦੇ ਵਿੱਚ ਸਾਡੇ ਵਾਲਿदैन ਦੀ, ਮੇਰੇ ਦਾਦਾ ਚੌਧਰੀ ਗੁਲਾਮ ਮੁਹੰਮਦ ਦੀ ਬੜੀ ਖਿਦਮਤ ਹੈ। ਉਸ ਤੋਂ ਬਾਅਦ ਮੇਰੇ ਤਾਇਆ ਜੀ ਚੌਧਰੀ ਅਮੀਨ ਕੰਬੋਜ ਸਾਹਿਬ ਦੀ ਬੜੀ ਖਿਦਮਤ ਨੇ। ਮੇਰੇ ਵਾਲਦ ਸਾਹਿਬ ਨੇ ਵੀ ਬੜੀ ਖਿਦਮਤ ਕੀਤੀ। ਉਸ ਤੋਂ ਬਾਅਦ ਮੇਰੇ ਤਾਇਆ ਸਦੀਕ ਸਾਹਿਬ ਸਨ, ਉਹਨਾਂ ਦਾ ਵੀ ਇੱਕ ਬੜਾ ਵਰਥ ਸੀ, ਇੰਸਪੈਕਟਰ ਸਨ ਪੰਜਾਬ ਪੁਲਿਸ ਵਿੱਚ, ਉਹਨਾਂ ਦਾ ਇੱਕ ਬੜਾ ਨਾਮ ਸੀ। ਅਸੀਂ ਤਾਂ ਸ਼ੁਰੂ ਤੋਂ ਲੋਕਾਂ ਦੀ ਖਿਦਮਤ ਕਰ ਰਹੇ ਹਾਂ। ਸਾਨੂੰ ਪਤਾ ਗਰੀਬ ਆਦਮੀ ਦੇ ਮਸਲੇ ਕੀ ਨੇ, ਕਿਉਂਕਿ ਅਸੀਂ ਪਿੰਡਾਂ ਦੇ ਹਾਂ, ਅਸੀਂ ਦੇਹਾਤਾਂ 'ਚ ਪੈਦਾ ਹੋਏ ਹਾਂ। ਸਾਨੂੰ ਪਤਾ ਹੈ ਕਿ ਗਰੀਬ ਆਦਮੀ ਦਾ ਮਸਲਾ ਕੀ। ਲੇਕਿਨ ਜਦੋਂ ਅਸੀਂ ਜ਼ਿਮੀਂਦਾਰਾਂ ਦੇ ਬੇਟੇ ਹੋ ਕੇ ਅਸੀਂ ਇਹ ਚੀਜ਼ਾਂ ਫੇਸ ਕਰਾਂਗੇ ਕਿ ਸਾਨੂੰ ਆਪਣਾ ਘਰ ਚਲਾਉਣ ਦੇ ਲਾਲੇ ਪੈ ਜਾਣਗੇ, ਫਿਰ ਅਸੀਂ ਕਿਸੇ ਨੂੰ ਕੀ ਮਤਲਬ ਖਿਦਮਤ ਕਰ ਸਕਦੇ। ਬੇਸ਼ੱਕ। ਤੇ ਇਹ ਬੜੀ, ਮੈਂ ਤੁਹਾਡਾ ਬੜਾ ਦਿਲੀ ਮਸ਼ਕੂਰ ਹਾਂ। ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਤੁਸੀਂ ਆਏ ਜੇ, ਕਿ ਤੁਸੀਂ ਸਾਡਾ ਇੰਟਰਵਿਊ ਕੀਤਾ ਔਰ ਇੱਕ ਪੋਜ਼ਿਟਿਵਿਟੀ ਤੁਸੀਂ ਫੈਲਾ ਰਹੇ ਜੇ ਕਿ ਇੱਕ ਜਿਹੜਾ ਪਸਮਾਨਦਾ ਯਾਨੀ ਕਿ ਪਸਤੀ ਦੀ ਹਾਲਤ ਹੈ ਜ਼ਿਮੀਂਦਾਰ ਜਾ ਰਿਹਾ, ਉਹਦੇ ਲਈ ਤੁਸੀਂ ਇੱਕ ਹੱਕ ਦੀ ਆਵਾਜ਼ ਉਠਾ ਰਹੇ ਜੀ। ਔਰ ਇਸ ਤੋਂ ਵੱਡੀ ਖਿਦਮਤ ਹਲਕ ਨਹੀਂ ਮੈਂ ਸਮਝਦਾ ਜੀ। ਬਹੁਤ ਸ਼ੁਕਰੀਆ ਚੌਧਰੀ ਅਬਦੁੱਲਾ ਸਾਹਿਬ, ਬਹੁਤ ਅੱਛੀ ਗੁਫ਼ਤਗੂ ਤੁਸੀਂ ਕਰ ਰਹੇ ਸੀਗੇ। ਨਾਜ਼ਰੀਨ, ਤੁਸੀਂ ਸੁਣ ਰਹੇ ਸੀ ਅਬਦੁੱਲਾ ਸਾਹਿਬ ਦੀ ਗੁਫ਼ਤਗੂ, ਜਿਹੜੇ ਕਿ ਇਹਨਾਂ ਦੇ ਅੰਦਰ ਦੇ ਦਿਲ ਦੇ ਜਜ਼ਬਾਤ ਸਨ। ਉਸ ਜਜ਼ਬਾਤੀ ਗੁਫ਼ਤਗੂ ਨੂੰ ਤੁਸੀਂ ਜ਼ਰੂਰ ਸੁਣਿਆ ਔਰ ਇਹਦੇ 'ਤੇ ਇਨਸ਼ਾ ਅੱਲਾਹ ਤਾਲਾ ਉਮੀਦ ਕਰਦੇ ਹਾਂ ਕਿ ਗੌਰਮੈਂਟ ਕੋਈ ਇਹਦਾ ਬਿਲਕੁਲ ਰੱਦ ਅਮਲ ਲਿਆਏਗੀ ਸਾਹਮਣੇ। ਇਹਦੇ ਨਾਲ ਸਾਡੇ ਨਾਲ ਕੁਝ ਦੋਸਤ ਹੋਰ ਮੌਜੂਦ ਕਿਸਾਨ ਭਰਾ ਬੈਠੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਲੋ ਨਾਜ਼ਰੀਨ, ਹੁਣ ਸਾਡੇ ਨਾਲ ਚੌਧਰੀ ਜ਼ੁਹੈਬ ਅਮੀਨ ਸਾਹਿਬ ਬੈਠੇ ਨੇ, ਜਿਨ੍ਹਾਂ ਦੇ ਡੇਰੇ ਉੱਤੇ ਅੱਜ ਇਹ ਪ੍ਰੋਗਰਾਮ ਹੋ ਰਿਹਾ ਹੈ। ਚੌਧਰੀ ਅਮੀਨ ਸਾਹਿਬ ਦੇ, ਉਹਨਾਂ ਦੇ ਸਾਹਿਬਜ਼ਾਦੇ ਨੇ, ਤੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਉਹ ਇਹਨਾਂ ਕਿਸਾਨਾਂ ਦੇ ਮੁਤਲਕ ਕੀ ਖਿਆਲਾਤ ਰੱਖਦੇ ਨੇ ਔਰ ਜਿਹੜੇ ਇਹਨਾਂ ਨਾਲ ਕਿਸਾਨ ਦੇ ਨਾਲ ਜ਼ੁਲਮ ਸਿਤਮ ਹੋ ਰਿਹਾ ਉਹਦੇ ਹਵਾਲੇ ਨਾਲ ਕੀ ਆਪਣਾ। ਜੀ अस्सलाम वालेकुम जनाब। ਵਾਲੇਕੁਮ ਅਸਲਾਮ। ਮੈਂ ਸਭ ਤੋਂ ਪਹਿਲੇ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਤੁਸੀਂ ਇਹ ਕਿਸਾਨ ਦੀ ਆਵਾਜ਼ ਨੂੰ ਉਠਾਇਆ ਔਰ ਇਸ ਚੀਜ਼ ਨੂੰ ਬਿਹਤਰ ਸਮਝਿਆ ਕਿ ਤੁਸੀਂ ਕਿਸਾਨ ਦੀ ਆਵਾਜ਼ ਨੂੰ ਉਠਾਇਆ ਜਾਏ ਔਰ ਤੁਸੀਂ ਕਿਸਾਨ ਦੇ ਦਰਦ ਨੂੰ ਆਪਣਾ ਦਰਦ ਸਮਝਿਆ। ਠੀਕ ਹੈ ਜੀ। ਦੂਸਰੀ ਗੱਲ ਇਹ ਚੀਜ਼ ਹੈ ਕਿ ਜ਼ਿਮੀਦਾਰ ਜਿਹੜਾ, ਅਗਰ ਮੈਂ ਇਹ ਵੇਖਣਾ ਚਾਹਨਾ ਕਿ ਜ਼ਿਮੀਦਾਰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪਾਣੀ ਲਾ ਕੇ ਫਸਲ ਨੂੰ ਤਿਆਰ ਕਰਦਾ ਔਰ ਪਸੀਨੋ ਪਸੀਨੀ ਹੋ ਕੇ, ਪਸੀਨੇ ਨਾਲ ਸ਼ਰਾਬੂਰ ਹੋ ਕੇ ਉਹ ਆਪਣੀਆਂ ਫਸਲਾਂ ਨੂੰ ਤਿਆਰ ਕਰਦਾ। ਕਿਉਂ? ਇਸ ਵਾਸਤੇ ਕਿ ਸਾਨੂੰ ਜ਼ਰੇ ਮੁਬਾਦਲਾ ਮਿਲੇਗਾ। ਲੇਕਿਨ ਜਦੋਂ ਜ਼ਿਮੀਦਾਰ ਦੇ ਕੋਲ ਫਸਲ ਮੌਜੂਦ ਹੁੰਦੀ ਹੈ, ਜ਼ਿਮੀਦਾਰ ਦੇ ਫਸਲ ਮੌਜੂਦ ਹੁੰਦੀ, ਉਹ ਜ਼ਮੀਨ ਨਾਲ ਗੱਲਾਂ ਕਰਦਾ ਉਹਦਾ ਰੇਟ, ਤੇ ਜਦੋਂ ਜ਼ਿਮੀਦਾਰ ਦੇ ਹੱਥੋਂ ਨਿਕਲ ਜਾਂਦੀ ਹੈ ਉਹ ਅਸਮਾਨ ਨਾਲ ਗੱਲਾਂ ਕਰਨ ਲੱਗ ਪੈਂਦਾ। ਗੱਲ ਕਰਨ ਦਾ ਮਕਸਦ ਇਹ ਆ ਕਿ ਇੱਕ ਆੜਤੀ ਹੁੰਦਾ, ਉਹ ਆਪਣਾ ਥੋੜ੍ਹੇ ਜਿਹੇ ਅਰਸੇ ਦੇ ਵਿੱਚ ਜ਼ਿਮੀਦਾਰ ਕੋਲ ਕਣਕ ਖਰੀਦ ਕੇ, ਜ਼ਿਮੀਦਾਰ ਸਾਰੀ ਜ਼ਿੰਦਗੀ ਬੀਜ ਕੇ ਵਾਹੀ ਲਹਿੰਦਾ ਚੜ੍ਹਦਾ, ਜਿੰਨੀ ਜ਼ਮੀਨ ਜ਼ਿਮੀਦਾਰ ਦੇ ਕੋਲ ਯਾਨੀ ਕਿ ਜ਼ਿਮੀਦਾਰ ਕੋਲ ਹੋਣੀ ਚਾਹੀਦੀ, ਲੇਕਿਨ ਉਹਦੇ ਤੋਂ ਮਹਿੰਗੀ ਗੱਡੀ ਯਾਨੀ ਕਿ ਉਸ ਆੜਤ ਵਾਲੇ ਕੋਲ ਹੁੰਦੀ।
ਕਿਉਂ ਯਾਨੀ ਕਿ ਜਦੋਂ ਉਹ ਗਲਤੀ ਕਿੰਦੀ ਹੈ ਹਕੂਮਤ ਦੀ ਹੈ ਜਦੋਂ ਜਿਹੜੀ ਹਕੂਮਤ ਆਂਦੀ ਹੈ ਉਹ ਇਹ ਹਕੂਮਤ ਜਿਹੜੀ ਯਾਨੀ ਕਿ ਨੂਨ ਲੀਗ ਦੀ ਹਕੂਮਤ ਹੈ ਇਹਨਾਂ ਯਾਨੀ ਕਿ ਜ਼ਿਮੀਦਾਰ ਦਾ ਲੱਕ ਤੋੜਿਆ ਆਣ ਕੇ ਕਿਉਂ ਕਿਵੇਂ ਤੋੜਿਆ ਜਿਹੜੀ ਕਣਕ ਸੀ ਉਹਨੂੰ ਆਪਣਾ ਮਹਿੰਗੀਆਂ ਖਾਦਾਂ ਲੈ ਕੇ ਜ਼ਿਮੀਦਾਰ ਨੇ ਪਾਇਆ ਇਹ ਇਸਤੇਮਾਲ ਕੀਤੀਆਂ ਗਈਆਂ ਇਸਤੇਮਾਲ ਕਰਨ ਤੋਂ ਬਾਅਦ ਯਾਨੀ ਕਿ ਜਦੋਂ ਮੁਨਾਫਾ ਯਾਨੀ ਕਿ ਹਾਸਲ ਕਰਨ ਦੀ ਜਾਂ ਕਮਾਈ ਹਾਸਲ ਕਰਨ ਦੀ ਵੇਲਾ ਆਇਆ ਫਿਰ ਉਹਦਾ ਰੇਟ ਆ ਪਿਆ ਜ਼ਿਮੀਦਾਰ ਅੱਖਾਂ ਦੇ ਹੋਰ ਕਰੇ ਕੀ ਅਸੀਂ ਜਨਾਬ ਹਕੂਮਤ ਨੂੰ ਵੀ ਗੱਲ ਕਹਿੰਦੇ ਆ ਔਰ ਅਸੀਂ ਉਸ ਬੰਦੇ ਨੂੰ ਵੀ ਕਹਿੰਦੇ ਆ ਕਿ ਜਿਹਦੇ ਮਗਰ ਅਸੀਂ ਤੁੱਲੇ ਆ ਅਸੀਂ ਮੁਹਤਰਮ ਜਨਾਬ ਮਲਕ ਮੁਹੰਮਦ ਅਹਿਮਦ ਖਾਨ ਸਾਹਿਬ ਅੱਗੇ ਰਿਕੁਐਸਟ ਕਰਨੇ ਆ ਕਿ ਮਲਕ ਸਾਹਿਬ ਤੁਸੀਂ ਵੀ ਸਾਡੇ ਨਾਲ ਮਿਲ ਕੇ ਜਿਵੇਂ ਅਸੀਂ ਤੁਹਾਡੇ ਮਗਰ ਖੜੇ ਹੋ ਕੇ ਆਵਾਜ਼ ਉਠਾਈਏ ਇਹ ਤੁਸੀਂ ਵੀ ਸਾਡੇ ਨਾਲ ਕਿਸਾਨਾਂ ਦੇ ਮਿਲ ਕੇ ਕਿਉਂਕਿ ਤੁਸੀਂ ਖੁਦ ਵੀ ਕਿਸਾਨ ਜੇ ਕਿਉਂ ਜੀ ਮਲਕ ਸਾਹਿਬ ਖੁਦ ਵੀ ਤੁਸੀਂ ਕਿਸਾਨ ਜੇ ਤੁਸੀਂ ਇਸ ਗੱਲ ਨੂੰ ਆਵਾਜ਼ ਨੂੰ ਸਾਡੇ ਨਾਲ ਮਿਲ ਕੇ ਉਠਾਓ ਕਿਉਂਕਿ ਅਸੀਂ ਉਹਨਾਂ ਨਾਲ ਬੇਸ਼ੱਕ ਸਾਨੂੰ ਨਹੀਂ ਪਤਾ ਵੀ ਉਹ ਕਿੱਥੋਂ ਦੇ ਨੇ ਮੈਂ ਮਲਕ ਸਾਹਿਬ ਅੱਗੇ ਹਕੂਮਤ ਅੱਗੇ ਵੀ ਦਰਖਾਸਤ ਕੀਤੀ ਹੈ ਛੋਟੇ ਭਾਈ ਨੇ ਲੇਕਿਨ ਮੈਂ ਜਿਹੜੀ ਆਪਦੀ ਰਾਏ ਦੇ ਮੁਤਾਬਕ ਮੈਂ ਮਲਕ ਮੁਹੰਮਦ ਅਹਿਮਦ ਖਾਨ ਸਾਹਿਬ ਅੱਗੇ ਦਰਖਾਸਤ ਵੀ ਕਰਨਾ ਉਹ ਭਾਈ ਵੀ ਨੇ ਔਰ ਉਹਨਾਂ ਨੂੰ ਇਸ ਚੀਜ਼ ਤੇ ਐਗਰੀ ਆਪਣਾ ਕਹਿਣਾ ਕਿ ਆ ਕੇ ਇਹ ਜ਼ਿਮੀਦਾਰਾਂ ਬਾਰੇ ਆਵਾਜ਼ ਉਠਾਵਣ ਅਸੈਂਬਲੀ ਦੇ ਵਿੱਚ ਔਰ ਜ਼ਿਮੀਦਾਰਾਂ ਦੇ ਆਂਸੂ ਪੂੰਝਣ ਕਿਉਂਕਿ ਜ਼ਿਮੀਦਾਰਾਂ ਨੇ ਸਭ ਤੋਂ ਜ਼ਿਆਦਾ ਕਿਉਂਕਿ ਸਾਡੇ ਮੁਲਕ ਦੇ ਵਿੱਚ ਅਗਰ ਜ਼ਿਮੀਦਾਰ ਹੈ ਜੀ ਉਹਦੇ ਨਾਲ ਹੀ ਤੁਹਾਡਾ ਆੜਤੀ ਦਾ ਕਾਰੋਬਾਰ ਚੱਲਣਾ ਹੈ ਉਹਦੇ ਨਾਲ ਹੀ ਤੁਹਾਡੀ ਬਾਹਰ ਤਜਾਰਤ ਹੋਣੀ ਉਹਦੇ ਨਾਲ ਹੀ ਯਾਨੀ ਕਿ ਤੁਹਾਡੇ ਕਈ ਰੋਜ਼ਗਾਰ ਨੇ ਜ਼ਿਮੀਦਾਰ ਕੋਲੋਂ ਫਸਲ ਖਰੀਦੀ ਜਾਂਦੀ ਹੈ ਉਹਨੂੰ ਖਰੀਦ ਕੇ ਯਾਨੀ ਕਿ ਮੰਡੀ 'ਚ ਜਾਂਦੀ ਹੈ ਉਹ ਮੰਡੀ 'ਚ ਜਾ ਕੇ ਉਹ ਕਈ ਸ਼ਹਿਰੀ ਲੋਕ ਖਾਂਦੇ ਨੇ ਅਗਰ ਉਹਨੂੰ ਜ਼ਿਮੀਦਾਰ ਫਸਲ ਆਪਦੀ ਤਿਆਰ ਨਾ ਕਰੇ ਤੇ ਫਿਰ ਸ਼ਹਿਰੀ ਲੋਕ ਉਹਦੇ ਤੋਂ ਬਗੈਰ ਭੁੱਖੇ ਮਰਨਾ ਸ਼ੁਰੂ ਹੋ ਜਾਣਗੇ ਲੇਕਿਨ ਇਹ ਜ਼ਿਮੀਦਾਰ ਅਗਰ ਸਿਰਫ ਆਪਦੇ ਵਾਸਤੇ ਫਸਲ ਬੀਜਦਾ ਯਾਨੀ ਕਿ ਮਹਿੰਗੀ ਖਾਦ ਪਾ ਕੇ ਮੈਂ ਹਕੂਮਤ ਨਾਲ ਦਰਖਾਸਤ ਕਰਨਾ ਕਿ ਉਹ ਜਿਹੜੇ ਜਿਨ੍ਹਾਂ ਗੋਦਾਮ ਭਰੇ ਪਏ ਨੇ ਉਹਨਾਂ ਦੇ ਆਪਣਾ ਖਾਦਾਂ ਦੇ ਹਕੂਮਤ ਰੇਟ ਦੇਖਦੀ ਲੇਕਿਨ ਉਸ ਚੀਜ਼ 'ਚੋਂ ਰੇਟ ਨਹੀਂ ਅਮਲ ਹੋ ਰਿਹਾ ਇਸ ਵਾਸਤੇ ਮੈਂ ਨਾ ਹਕੂਮਤ ਵਾਸਤੇ ਵੀ ਮਲਕ ਮੁਹੰਮਦ ਅਹਿਮਦ ਖਾਨ ਸਾਹਿਬ ਦੇ ਅੱਗੇ ਵੀ ਦਰਖਾਸਤ ਕਰਨਾ ਕਿ ਜਨਾਬ ਇਹਨਾਂ ਨੂੰ ਫੜਿਆ ਜਾਏ ਔਰ ਇਹਨਾਂ ਨੂੰ ਜ਼ਿਮੀਦਾਰ ਨੂੰ ਸਸਤੀ ਤੋਂ ਸਸਤੀ ਖਾਦ ਦਿੱਤੀ ਜਾਏ ਔਰ ਤਾਂ ਕਿ ਹਾਲਾਂਕਿ ਸਾਡੇ ਮੁਲਕ 'ਚ ਇਹ ਚੀਜ਼ ਹੈ ਕਿ ਜ਼ਿਮੀਦਾਰ ਨੂੰ ਦੇ ਆਂਸੂ ਨਹੀਂ ਪੂੰਝੇ ਜਾ ਰਿਹਾ ਜ਼ਿਮੀਦਾਰ ਨੂੰ ਚੱਕੀਆਂ 'ਚ ਪੀਸਿਆ ਜਾ ਰਿਹਾ ਤੇ ਲੇਕਿਨ ਬਾਹਰ ਦੇ ਮੁਲਕਾਂ ਦੇ ਵਿੱਚ ਇਹ ਆ ਕਿ ਜਿਹੜੀ ਮੁਲਕ ਦੇ ਵਿੱਚ ਉਹਨਾਂ ਚੀਜ਼ ਰੱਖਣੀ ਹੈ ਉਹ ਉਹਨਾਂ 200 ਰੁਪਏ ਸਸਤੀ ਦੇਣੀ ਜਿਹੜੀ ਮੁਲਕ ਤੋਂ ਬਾਹਰ ਵੇਚਣੀ ਉਹ ਤਾਂ ਕਿ ਜ਼ਿਮੀਦਾਰ ਨੂੰ ਯਾਨੀ ਕਿ ਜ਼ਿਮੀਦਾਰ ਦੇ ਆਂਸੂ ਪੂੰਝੇ ਜਾ ਸਕਣ ਔਰ ਮੈਂ ਇਹਨਾਂ ਅਲਫਾਜ਼ਾਂ ਦੇ ਨਾਲ ਮੈਂ ਗੁਫ਼ਤਗੂ ख़त्म ਕਰਕੇ ਮੈਂ ਤੁਹਾਡੇ ਕੋਲ ਇਜਾਜ਼ਤ ਚਾਹਣਾ ਪਾਕਿਸਤਾਨ ਜ਼ਿੰਦਾਬਾਦ ਬਹੁਤ ਸ਼ੁਕਰੀਆ ਜਨਾਬ ਨਾਜ਼ਰੀਨ ਚੌਧਰੀ ਸਾਹਿਬ ਦੀ ਗੁਫ਼ਤਗੂ ਤੁਸੀਂ ਸੁਣੀ ਜਿਹੜਾ ਕਿ ਇਹਨਾਂ ਨੇ ਆਪਣੇ ਮੌਜੂਦਾ ਜਿਹੜਾ ਹਲਕੇ ਦੇ ਕੈਂਡੀਡੇਟ ਨੇ ਉਹਨਾਂ ਨਾਲ ਵੀ ਮੁਤਾਲਬਾ ਆਪਣਾ ਰੱਖਿਆ ਹੈ ਹਕੂਮਤ ਨਾਲ ਵੀ ਮੁਤਾਲਬਾ ਰੱਖਿਆ ਹੈ ਤਾਂ ਉਮੀਦ ਅਸੀਂ ਕਰਦੇ ਹਾਂ ਕਿ ਜਦੋਂ ਸਾਰੇ ਮਿਲ ਕੇ ਅਸੀਂ ਜ਼ਿਮੀਦਾਰ ਭਰਾ ਸਾਰੇ ਕਿਸਾਨ ਭਰਾ ਮਿਲ ਕੇ ਚੱਲਾਂਗੇ ਤੇ ਸਾਡੇ ਮਸਾਇਲ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਵਸੀਮ ਹਾਸ਼ਮੀ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਦੇ ਨਾਲ ਅਗਲੇ ਨਏ ਮਹਿਮਾਨਾਂ ਦੇ ਨਾਲ ਮੁਲਾਕਾਤ ਹੋਏਗੀ ਤੇ ਉਨੀ ਦੇਰ ਤੱਕ ਤੁਹਾਡੇ ਤੇ ਮੇਰੇ ਦਰਮਿਆਨ ਅੱਲਾ